ਬਿਲਕੁਲ ਮੇਰੀ ਗਲਤੀ ਹੈ ਤੇ ਮੈਂ ਇਸ ਗਲਤੀ ਤੇ ਤੁਹਾਡੇ ਕੋਲ ਮਾਜ਼ਰਤ ਚਾਹੁੰਦਾ। ਮੈਂ ਬਿਲਕੁਲ ਗਲਤ ਕੀਤਾ ਹੈ, ਲੇਕਿਨ ਉਹਨਾਂ ਨਾਲ ਕੋਈ ਮੈਂ ਉਹਨਾਂ ਨਾਲ ਕੋਈ ਬਦਤਮੀਜ਼ੀ ਨਹੀਂ ਕੀਤੀ, ਕੋਈ ਉਹਨਾਂ ਨੂੰ ਮੈਂ ਬੁਰਾ ਭਲਾ ਨਹੀਂ ਆਖਿਆ ਤੇ ਨਹੀਂ ਨਾ ਮੈਂ ਮੈਂ ਨਹੀਂ ਉਹਨਾਂ ਦੇ ਕਹਿੰਦਾ, ਨਾਲ ਕੋਈ ਤੁਸੀਂ ਉਹਨਾਂ ਨੇ ਕਿਹਾ ਜਾਂ ਤੁਸੀਂ ਕਿਹਾ ਬੁਰਾ ਭਲਾ, ਤੇ ਜਦੋਂ ਸ਼ੁਰੂ ਹੋ ਜਾਈਏ ਤਾਂ ਫਿਰ ਇੱਕ ਦੂਜੇ ਨੂੰ ਕਹਿੰਦਾ ਹੀ ਹੈ ਨਾ ਬੰਦਾ, ਗਲਤ ਇੱਕ ਦੂਜੇ ਨੂੰ ਗਲਤ ਸਮਝਦਾ ਤਾਂ ਬੰਦਾ। ਬੋਲਿਆ ਮੈਂ ਉਹਨਾਂ ਨੂੰ ਹਮੇਸ਼ਾ ਨਵੀਦ ਭਾਈ ਆਖਿਆ ਹੈ, ਕੋਈ ਦੂਜਾ ਲਫ਼ਜ਼ ਮੈਂ ਉਹਨਾਂ ਦੇ ਬਾਰੇ ਨਹੀਂ। ਐਸੀ ਬਹਿਸ ਉਦੋਂ ਹੀ ਬੰਦਾ ਕਰਦਾ ਹੈ ਜਦੋਂ ਬੰਦੇ ਨੂੰ ਦੂਜੇ ਬੰਦੇ ਦਾ ਤਰੀਕਾ ਜਾਂ ਕੰਮ ਨਹੀਂ ਪਸੰਦ ਹੁੰਦਾ ਤੇ ਉਹਦੇ ਤੇ ਬੰਦਾ ਕ੍ਰਿਟਿਸਾਈਜ਼ ਕਰਨਾ ਚਾਹੁੰਦਾ ਹੁੰਦਾ ਹੈ। ਤੇ ਇਹ ਕੰਮ ਜਿਹੜਾ ਨਾ ਇਹ ਚੰਗਾ ਨਹੀਂ। ਅਹਿਮਦ ਭਾਈ, ਅਗਰ ਮੇਰਾ ਤਰੀਕਾ ਕਾਰ ਕਿਸੇ ਇਨਸਾਨ ਨੂੰ ਨਹੀਂ ਪਸੰਦ ਹੈ ਯਾਰ, ਤੁਸੀਂ ਮੈਨੂੰ ਯਾਦ ਮੈਂ ਕਦੀ ਤੁਹਾਡੀ ਗੱਲ ਨੂੰ ਮੈਂ ਨਹੀਂ ਅਹਿਮਦ ਭਾਈ, ਮੈਂ ਤੇ ਤੁਹਾਡਾ ਇhtਰਾਮ ਕਰਦਾ, ਤੁਹਾਡੇ ਨਾਲ ਮੁਹੱਬਤ ਕਰਦਾ ਯਾਰ। ਤਰੀਕਾ ਕਾਰ ਹੀ ਹੈ ਨਾ ਗੱਲ ਦਾ, ਇੱਕ ਵਾਰੀ ਹੋਇਆ, 2 ਵਾਰੀ ਹੋਇਆ, 3 ਵਾਰੀ ਹੋਇਆ, ਕੋਈ ਅਸੀਂ ਇਨਸਾਨ ਆ ਕਿ ਅਸੀਂ ਕੋਈ ਬੱਕਰੀਆਂ ਵਾ? ਅਸੀਂ ਕੀ ਆ? ਜਾਂ ਫਿਰ ਤੁਸੀਂ ਸਾਨੂੰ ਦੱਸ ਦਿਓ ਕਿ ਤੁਸੀਂ ਇੱਥੇ ਆ ਕੇ ਕੋਈ ਗੱਲ ਨਾ ਕਰੋ ਖਤਮੇ ਨਬੂਵਤ ਦੀ, ਅਸੀਂ ਚਲ ਜਾਣਾ। ਚੌਥੇ ਦਿਨ ਬਲੈਕਮੇਲਿੰਗ ਯਾਰ, ਕੋਈ ਗੱਲ ਹੁੰਦੀ नहीं है। ऐ वाले अल्फाज भी लाइव इस्तेमाल ना करो। आमिर भाई कह रहे व्हाट्सएप ते कर लियो जेड़ी करनी है यार। उस्मान भाई मेरा व्हाट्सएप नंबर इन्ना कोले, मेरे नाल रोज गल करदे ने, इत्थे पता नहीं इन्हां नूं की हो जांदा वा। अगर गल हुंदी है ना, अगर गल हुंदी है व्हाट्सएप ते फिर इत्थे वाली गल ते सारी जिम्मेदारी तुहाडे ते वे। तुहाडा काम सी उन्हां नूं रोक लेना, पोस्ट तुसीं तुहाडा काम सी उन्हां नूं थल्ले ला के रिक्वेस्ट ना कहना बई ये गल उत्ते व्हाट्सएप हाँ ये गल ठीक है तुहाडी, मेरी बाकी गलती है, मैं मानदा। जेड़ी हो गई है ते हुण अग्गों कोई नवीं करो गल जेड़ी करनी है। अमर भाई दा ना सिग्नल भी जा रहे ने। अच्छा लामा साहब, वो इदां है कि साडी ना एक गुफ्तगू तय होण जा रही है ते वो जा रही है मिर्जा साहब दियां पेशगोइयां दे उत्ते, ठीक है। यानी मिर्जा साहब का जो दावा है ना, उन्होंने दावा उन्होंने इल्हाम की बुनियाद से और उस इल्हाम की बुनियाद उन्होंने कुछ पेशगोइयां कीतियां। और मेरी नज़र दे विच उन्होंने 3-4 पेशगोइयां ने जो इंपॉर्टेंट ने। एक पेशगोई उन्होंने उमर की, एक पेशगोई है मुहम्मदी बेगम की, एक पेशगोई है अब्दुल्ला आथम की, एक पेशगोई है अब्दुल हकीम पटियाल की। मेरी नज़र से अगर मैं अपनी नाकस इलम के मुताबिक देखा तो मेरे ख्याल सब तो तगड़ियां पेशगोइयां ये 4 ने, ਜਿਹਦੇ ਚ ਮਿਰਜ਼ਾ ਸਾਹਿਬ ਨੇ ਆਪਣੇ ਸਿੱਦਕ ਔਰ ਕਿਜ਼ਬ ਦੇ ਨਾਲ ਵਿਫਾਲਤਾ। ਤੁਸੀਂ ਇਹਦੇ ਤੇ ਕੁਝ ਮੈਨੂੰ ਦੱਸੋ, ਕੋਈ ਨਸੀਹਤ ਕਰੋ ਕਿ ਅਗਰ ਸਾਡੀ ਗੱਲ ਹੁੰਦੀ ਹੈ, ਡਿਬੇਟ ਹੁੰਦੀ ਹੈ ਤੇ ਸਾਨੂੰ ਕਿਸ ਚੀਜ਼ ਨੂੰ ਲੈ ਕੇ ਅੱਗੇ ਚੱਲਣਾ ਚਾਹੀਦਾ, ਇਹਦੇ ਤੇ ਆਪਣਾ ਤੁਸੀਂ ਸਾਨੂੰ ਕਿੱਧਰ ਗਿਆ ਸ਼ਾਪ ਸ਼ਟਰ ਥੱਲੇ ਨਜ਼ਰ ਨਹੀਂ ਆ ਰਿਹਾ। ਅਮਰ ਭਾਈ ਤੁਹਾਡੇ ਗੱਲ ਕਰਨ ਤੋਂ ਪਹਿਲੇ ਮੈਂ ਇੱਕ ਛੋਟੀ ਜਿਹੀ ਗੱਲ ਕਰ ਸਕਦਾ, ਇਜਾਜ਼ਤ ਹੈ? ਕਰ ਲਓ, ਲੇਕਿਨ ਉਸ ਮੌਜੂ ਨੂੰ ਛੱਡ ਦਿਓ ਜਿਹੜੀ ਕਰਨੀ ਹੈ ਕੋਈ ਨਹੀਂ ਉਸ ਮੌਜੂ ਨਾਲ ਨਹੀਂ। ਉਹ ਬਿਲਾਲ ਭਾਈ ਨਾਲ ਮੈਂ ਪਰਸੋਂ ਵੀ ਮੇਰੀ ਗੱਲ ਹੋਈ ਸੀ ਬੜੇ ਅੱਛੇ ਤਰੀਕੇ ਨਾਲ, ਉਹ ਬਿਲਾਲ ਭਾਈ ਨੇ ਐਕਸੈਪਟ ਵੀ ਕੀਤਾ ਉਸ ਗੱਲ ਨੂੰ। ਤੇ ਅੱਜ ਵੀ ਜਿਹੜੀ ਗੱਲ ਹੋ ਰਹੀ ਸੀ ਨਾ, ਇਹਦੇ ਵਿੱਚ ਮੈਨੂੰ ਇੱਕ ਛੋਟੀ ਜਿਹੀ ਕਮੀ ਲੱਗੀ ਹੈ ਕਿ ਉਹ ਅਫਜ਼ਲ ਵੜੈਚ ਸਾਹਿਬ ਆਏ ਸਨ ਤੇ ਉਹ ਇੱਕ ਪੁਆਇੰਟ ਰੱਖਦੇ ਸਨ। ਉਹ ਪੁਆਇੰਟ ਇਹ ਰੱਖਦੇ ਸਨ ਕਿ ਉਹ ਰਾਜਾ ਤਾਲ ਮਨਾਨ ਜਿਹੜੀ ਇਹ ਗੱਲ ਕਰਦਾ ਨਾ ਅਕਸਰ, ਸਾਡੇ ਕਾਬਰੀਨ ਤੇ ਇਹ ਅਵੈਸ ਖਾਨ ਸਾਹਿਬ ਜਿਹੜੇ ਨੇ ਨਾ, ਇਹ ਬਾਕੀ ਗੱਲ ਠੀਕ ਹੈ ਕਿ ਫੁਰਕਾਨ ਨੂੰ ਕੌਣ ਨਹੀਂ ਜਾਣਦਾ। ਸਫਵਾਨ ਤੇ ਫੁਰਕਾਨ ਦੀ ਜਿਹੜੀ ਆਈਡੀ ਹੈ ਸਾਰੀ ਦੁਨੀਆ ਜਾਣਦੀ ਹੈ। ਉਹ ਤੇ ਮਤਲਬ ਪੋਸਟਰ ਲਾ ਕੇ ਬੈਠਾ ਰਿਹਾ ਹੋਵੇ ਕਿ 70 ਲੱਖ ਦਾ ਜਿਹੜਾ ਮੈਂ ਦਿਆਂਗਾ ਜੀ, ਇਨਾਮ ਦਿਆਂਗਾ, ਆਓ ਤੇ ਆਪਣੇ ਨਬੀ ਦੇ ਕਿਰਦਾਰ ਤੇ ਗੱਲ ਕਰੋ, ਸਾਰਿਆਂ ਨੂੰ ਪਤਾ ਹੈ। ਤੇ ਅਵੈਸ ਖਾਨ ਸਾਹਿਬ ਉੱਥੇ ਬਹਿ ਕੇ ਅਕਸਰ, ਬਲਕਿ ਮੈਂ ਕੱਲ ਦੀ ਵੀ ਰਿਕਾਰਡਿੰਗ ਕੀਤੀ ਹੈ, ਤੇ ਉਹ ਉੱਥੇ ਬਹਿ ਕੇ ਤੇ ਘੁੰਮਣ ਸਾਹਿਬ ਤੇ ਉਹ ਮੇਂਗਲ ਸਾਹਿਬ ਉਹਨਾਂ ਨੂੰ ਡਿਸਕਸ ਲੱਗੇ ਸਨ ਕਰਨ, ਕਿਤਾਬਾਂ ਖੁੱਲ੍ਹੀਆਂ ਸਨ ਤੇ ਬੜੇ ਹੱਸ ਖੇਡ ਕੇ ਤੇ ਉਹ ਗੱਲਾਂ ਹੋ ਰਹੀਆਂ ਸਨ। ਮਤਲਬ ਸਾਨੂੰ ਫਿਰ ਇਤਰਾਜ਼ ਨਹੀਂ ਹੋ ਸਕਦਾ, ਅਸੀਂ ਨਹੀਂ ਕਰ ਸਕਦੇ ਇਹ ਇਤਰਾਜ਼। ਅਗਰ ਰਾਜਾ ਸਾਹਿਬ ਨੂੰ ਇੰਨੀ ਤਕਲੀਫ ਹੈ ਆਪਣੇ ਅਕਾਬਰੀਨ ਦੀ, ਤੇ ਇਹ ਜਿਹੜੇ ਬੰਦੇ ਉੱਥੇ ਜਾ ਕੇ ਬਹਿੰਦੇ ਨੇ, ਤੇ ਸਾਡੇ ਵੀ ਤੇ ਤਹਫਜ਼ਾਤ ਹੈ ਨਾ ਯਾਰ। ਉਹਨਾਂ ਦੇ ਕਾਬਰੀਨ ਦੀ ਕੋਈ, ਉਹਨਾਂ ਦੇ ਕਾਬਰੀਨ ਦੀ ਉਹਨਾਂ ਨੂੰ ਤਕਲੀਫ ਹੈ ਤੇ ਰਹੀ ਰਹਿਣ ਦੋ। ਜਿਹਨੂੰ ਬਹੁਤੀ ਉਹਨਾਂ ਦੇ ਕਾਬਰੀਨ ਦੀ ਜ਼ਿਆਦਾ ਪਰੇਸ਼ਾਨੀ ਹੈ ਨਾ, ਉਹ ਜਾ ਕੇ ਉਹਨਾਂ ਦੀਆਂ ਸ਼ਰਤਾਂ ਤੇ ਉਹਨਾਂ ਦੀਆਂ ਖਾਹਿਸ਼ਾਂ ਦੇ ਉੱਤੇ ਜਾ ਕੇ ਉਹਨਾਂ ਨਾਲ ਗੱਲਾਂ ਕਰੇ। ਮੈਨੂੰ ਤਾਂ ਕੋਈ ਪਰਵਾਹ ਨਹੀਂ ਉਹਨਾਂ ਦੇ ਕਾਬਰੀਨ ਦੀ, ਨਾ ਮੈਨੂੰ ਕੋਈ ਦਿਲਚਸਪੀ ਹੈ। ਉਹ ਕਹਿੰਦੇ ਨੇ ਜੀ ਸਾਡੇ ਕਾਬਰੀਨ ਦੀ ਤੋਹੀਨ ਹੁੰਦੀ ਹੈ, ਤੇ ਉਹਦਾ ਇਲਾਜ ਹੈ ਕਿ ਨਾ ਤੋਹੀਨ ਕਰੋ ਤੇ ਨਾ ਕਰਾਓ, ਬਸ ਸਿੰਪਲ ਹੈ। ਕੱਲ੍ਹ ਉਹ ਖਾਦਮ ਹੁਸੈਨ ਸਾਬਰੀ ਸਾਹਿਬ ਨੇ ਵਿੱਚ ਆਪਣੀਆਂ ਲੱਤਾਂ ਢਾਹ ਕੇ
ਛਡਾ ਕੇ ਤੇ ਉਹਨਾਂ ਗਾਲਾਂ ਖਾਧੀਆਂ ਨੇ ਇਹਨਾਂ ਕੋਲੋਂ। ਉਹ ਘੱਲੋ ਉਹਨਾਂ ਨੂੰ, ਕਾਬਰੀਨ ਇਹਨਾਂ ਨੂੰ ਐਡੇ ਪਿਆਰੇ ਨੇ, ਆਪਣੇ ਬੰਦਿਆਂ ਦੇ ਕੰਮ ਵੇਖੋ ਜਾ ਕੇ, ਕਾਬਰੀਨ ਚੁੱਕੇ ਨੇ ਸਿਰ ਤੇ। ਛੱਡੋ ਉਸ ਗੱਲ ਨੂੰ। ਰਾਸ਼ਦ ਰਾਣਾ ਸਾਹਿਬ ਆਏ ਨੇ, ਕੀ ਗੱਲ ਕਰਨਾ ਚਾਹੁੰਦੇ? अस्सलाम वालेकुम, क्या हाल है? ਉਹ ਮਿਰਜ਼ਾ ਸਾਹਿਬ ਨੇ ਤੁਹਾਨੂੰ ਆਖਿਆ ਵੀ अस्सलाम वालेकुम नहीं कहना जी मुकफ्फरीन कोई बात नहीं, कोई मसला नहीं। मैं तो ये अर्ज करना चाह रहा था कि माशाल्लाह कितना दोहरा मियार है। अगर कोई मेरी बात या हमारी बात हो जाती है ना, तो आप उसकी रिकॉर्डिंगें लेते हैं और चस्के से चलाते हैं, और अपनी बात हुई है तो चुप कर जाओ, ओए ओए चादर पा लो, दरवाजे बंद कर लो, और कुंडियां ला लो, ओए व्हाट्सएप पे आ जाओ। वही यार करो बात पब्लिक में, पता चले, क्यों डरते हो भाई? ਕਿਹੜੀ ਪਬਲਿਕ ਚ ਗੱਲ ਕਰੀ, ਕਿਹੜੀ ਗੱਲ ਪਰ एक और नसीहत मैं आपको करना चाहूंगा, जो किसी दूसरे के घर को आग लगाता है ना, तो वो आग उसके घर में जरूर आती है। ये बात एक ज़हन में रखिए कि मैं तो आपके खिलाफ नहीं हूँ, आपसे लड़ना नहीं चाहता, लेकिन असूल दोनों तरफ एक रखा करें, दो ना रखा करें। ਤੁਸੀਂ ਹੁਣ ਸੁਣ ਲਓ ਜਵਾਬ। नहीं, मैं ਤੁਸੀਂ तो साल- बिलाल साहब से सवाल किया, आपसे तो नहीं किया। ਕੋਈ ਗੱਲ ਨਹੀਂ, ਬਲਾਲ ਦੀ ਮੈਂ ਹੀ ਜਵਾਬ ਦੇਣਾ। ਸਾਲ ਹਰ ਸਾਲ ਤੋਂ ਤੁਹਾਡੇ ਬੰਦੇ ਆਪਣੇ ਆਪ ਨੂੰ ਕੈਮੋਫਲਾਜ ਕਰਕੇ ਨਾ ਪਾਕਿਸਤਾਨ ਦੇ ਵਿੱਚ ਮੁਸਲਮ ਉਲਮਾ ਦੇ ਕੋਲੇ ਜਾ ਕੇ ਇੱਕ ਇੱਧਰ ਤੇ ਇੱਕ ਉੱਧਰ ਲੁੱਤੀ ਲਾ ਕੇ ਤੇ ਇਹ ਅੱਗੇ ਟਰਾਈ ਕਰ ਚੁੱਕੇ ਹੋ, ਮੁਸਲਮਾਨਾਂ ਨੂੰ ਲੜਵਾ ਚੁੱਕੇ ਹੋ। ਹੁਣ ਕਿਉਂਕਿ ਸਾਨੂੰ ਪਤਾ ਲੱਗ ਗਿਆ ਹੈ ਕਿ ਅਸਲ ਉਮਤ ਮੁਸਲਮਾਨ ਦੇ ਔਰ ਮੁਸਲਮਾਨਾਂ ਦੇ ਦੁਸ਼ਮਣ ਕੌਣ ਨੇ। लतीफ़ा, ਤੇ ਹੁਣ ਅਸੀਂ ਤੁਹਾਡੇ ਤੇ ਇਹ ਜਿਹੜੀ ਤੁਹਾਡੀ ਨਸੀਹਤ ਹੈ ਨਾ, ਇਹ ਤੁਹਾਡੀ ਨਸੀਹਤ ਦਾ ਪਤਾ ਲੱਗ ਗਿਆ ਸਾਨੂੰ ਕਿ ਤੁਹਾਡੀ ਨਸੀਹਤ ਇਹ ਵੇ ਕਿ ਤੁਸੀਂ ਪਬਲਿਕ ਦੇ ਵਿੱਚ ਗੱਲ ਕਰੋ ਤੇ ਲੜੋ ਤੇ ਸਾਨੂੰ ਵਹਾਓ। ਅਸੀਂ ਤੁਹਾਨੂੰ ਲੜਦਿਆਂ ਵੇਖਣਾ ਚਾਹੁੰਦੇ ਹਾਂ, ਬਲਕਿ ਇੱਕ ਦੂਜੇ ਨੂੰ ਕਤਲ ਕਰੋ ਤੇ ਉਹ ਅਸੀਂ ਵੇਖਣਾ ਚਾਹੁੰਦੇ ਹਾਂ। ਤੁਹਾਡੀ ਇਸ ਖਾਹਿਸ਼ ਦਾ ਸਾਨੂੰ ਸਾਲ ਹਰ ਸਾਲ ਤੋਂ ਪਤਾ ਹੈ, ਕੋਈ ਐਡੀ ਵੱਡੀ ਗੱਲ ਨਹੀਂ ਹੈ। ਅਗਰ ਕੋਈ ਨੌਜਵਾਨ ਸਾਡੇ ਇਹੋ ਜਿਹੀ ਫੇਰ ਵੀ ਬੇਵਕੂਫੀ ਕਰਦੇ ਨੇ, ਉਹ ਤੁਹਾਡੇ ਸਾਹਮਣੇ ਲੜਦੇ ਨੇ, ਤੇ ਸਾਡੇ ਚਿੱਟੇ ਹੋਏ ਨੇ ਇਸੇ ਕੰਮ ਵਾਸਤੇ ਕਿ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ, ਰੋਕਣ ਦੀ। ਤੇ ਬਹਰਹਾਲ तो छोटी मोटी गल जी ਤੁਹਾਡੇ ਘਰ ਵੀ ਹੋ ਜਾਂਦੀ, ਸਾਡੇ जी ਘਰ ਵੀ ਹੋ अमर साहब, ਜਾਂਦੀ। मैं आपको फर्क बताता हूँ। हमारे घर भी लड़ाई होती है छोटी मोटी, पर हमारे सर पे एक हाथ है, वो हम तो तरबियत कर लेते हैं। ये हमारे जो पीर कुत्ते मार साहब ने नंगी गालियां दी हैं, नंगी गालियां दी AW ਤੁਹਾਡੇ ਸਿਰ ਦੇ ਉੱਤੇ ਉਹ ਜਿਹੜਾ ਵਾਕਿਆ ਹੱਥ ਦਾ ਹੈ ਮੁੰਡਾ ਉਹਨੇ ਕੌਣ ਤਰਬੀਅਤ ਹੈ ਕਰ ਰਾਣਾ ਲਈ ਹੈ। ਸਾਹਿਬ? ਉਹ ਵਾਕਿਆ ਦਾ ਮੁੰਡਾ ਕੌਣ ਹੈ? अच्छा, ਉਹ ਸਾਡੇ मैं- ਕੋਲ मैं- ਵਾਕਿਆ ਦੇ ਮੁੰਡੇ ਨੇ ਜਿਹੜੇ ਉਹ जी, ਗਗੂਆ मुझे ਦੇ बात- ਵਿੱਚ ਕੋਈ ਗੱਲਬਾਤ ਕੋਈ ਬੱਚਿਆਂ ਨਾਲ ਗਲਤ ਕੰਮ ਕਰਦੇ ਨੇ, जी, ਕੌਣ ਹੈ? बात करने दीजिए बिलाल साहब। अच्छा तो फिर करेंगे। बिलाल साहब, मैं यही कहना चाह रहा हूँ, इंतहाई माजरत ये देखिए, मैं आपको मिसाल देता हूँ, एक नहीं मिनट। राना साहब, मैंने नहीं, बिजी हो जाना, सिर्फ मुझे 30 सेकंड। अच्छा, वो जो आपकी एक है ना तरबियत करने वाला, उस तरबियत का असर अगर मैं आपको यहीं पे अभी कल की रिकॉर्डिंग सुनवा दूं तो आप क्या कहेंगे? अच्छा, एक मिनट, मैं आपको ये अर्ज कर रहा हूँ कि जब कोई हमारे दरमियान छोटी मोटी, जैसे अभी ये मुरब्बी साहब ने मेरा नाम भी नहीं लिया था और कहा था, ये हमारे आमिर साहब ने चस्के ले के मुझे बताया, इतने खुश। तो मैं ये कहता हूँ कि आप भी फिर दखल अंदाजी ना किया करें दूसरों के मामलात में, उसको वैसे ही रहने दिया करें जो हमारा मामला होता है। ਅਸੀਂ ਉਹ ਤਾਂ ਤੁਹਾਡੇ ਗੱਲ ਆਪ ਮਾਮਲੇ ਨਹੀਂ ਦੇ ਵਿੱਚ ਕੋਈ, ਅਸੀਂ ਤੁਹਾਡੇ ਮਾਮਲੇ ਦੇ ਵਿੱਚ, ਯਾਰ ਮੈਨੂੰ ਗੱਲ ਕਰਨ ਦਿਓ, ਤੁਹਾਡੇ ਮਾਮਲੇ ਦੇ ਵਿੱਚ ਕੋਈ ਅਸੀਂ ਦਖਲ ਅੰਦਾਜ਼ੀ ਨਹੀਂ ਕੀਤੀ। ਅਸੀਂ ਗੱਲ ਕੀਤੀ ਸੀ ਮਿਸਾਕੁਨ ਨਬੀyin ਵਾਲੀ ਆਇਤ ਦੇ ਬਾਰੇ, ਜਿਹੜਾ ਤੁਸੀਂ ਬਿਆਨ ਦੱਸੋ ਕਿ ਅਨਸਰ ਰਜ਼ਾ ਨੂੰ ਡਿਫੈਂਡ ਨਾ ਕਰੋ। ਉਹ ਕਹਿ ਰਹੇ ਸੀ ਕਿ ਤੁਹਾਨੂੰ ਅਗਰ ਤੁਸੀਂ ਪਰਤੇ तो आप है नहीं, परा होता कुछ नहीं, आपने जो डिबेटें करने का आपको शौक है, तो ਉਹ पे ਕਹਿੰਦੇ ਸੀ ਕਿ ਜਾਂ ਤੇ ਪਹਿਲਾਂ ਪੜ੍ਹ ਲਓ ਤੇ ਫਿਰ ਆ ਕੇ ਡਿਬੇਟਾਂ ਕਰੋ। ਤੁਸੀਂ ਅਨਸਰ ਰਜ਼ਾ ਸਾਹਿਬ ਨੂੰ ਕਹਿੰਦੇ ਸੋ ਪਏ ਡਿਫੈਂਡ ਨੇ, ਅਸੀਂ ਤੇ ਉਹ ਗੱਲ ਪੇ ਕਰਦੇ ਸੀ। ਬਾਕੀ ਤੁਸੀਂ ਛੁਰੀ ਮਾਰੋ ਉਹਨਾਂ ਨੂੰ, ਉਹ ਤੁਹਾਨੂੰ ਫੁੱਲ ਮਾਰਨ, ਤੁਸੀਂ ਜਾਣੋ ਉਹ ਜਾਣੋ, ਸਾਡਾ ਉਹਦੇ ਨਾਲ ਕੀ ਲੈਣ ਦੇਣ। ਅਸਾਂ ਆਖਿਆ ਜਾ ਕੇ ਲੜੋ। ਅਸਾਂ ਤੇ ਤੁਹਾਡੇ ਕੋਲ ਮੌਕਫ ਪੁੱਛਿਆ ਕਿ ਆਇਤ ਮਿਸਾਕੁਨ ਨਬੀyin ਦੇ ਉੱਤੇ ਤੁਸੀਂ ਜਿਹੜਾ ਅਨਸਰ ਰਜ਼ਾ ਦਾ ਪਿਆਂਦੇ ਸੇ ਦਫਾ ਨਾ ਕਰੋ, ਉਹਨੇ ਚਵਲ ਮਾਰੀਏ, ਉਹ ਤੁਹਾਨੂੰ ਮਰਬੀ ਵਿੱਚ ਝਿੜਕਦਾ ਸੀ। आप ये देखें ना, ये भी तो झूठ है, मैंने ये बात कही नहीं। ਮਤਲਬ ਜਿਹੜਾ ਬੰਦਾ ਕਹਿੰਦਾ ਉਹਨੂੰ ਡਿਫੈਂਡ ਨਾ ਕਰੋ ਦਾ ਮਤਲਬ ਕੀ ਹੈ? मैंने ये तो नहीं कहा, मैंने इस तरह नहीं कहा, मैंने इस तरीके से नहीं कहा, यही तो ਉਹਦਾ आपका है ਮਹਿਨਾ ना। ਕੀ ਹੈ? ਉਹਦਾ ਮਹਿਨਾ ਕੀ ਹੈ? जो वहाँ बात हो रही थी ना, मैंने ये कहा था कि आप आयत पे बात करें, वहाँ एक हिकमत का तकाजा था कि वहाँ जो वो सवाल कर रहे थे, वो अंसर अजब हमारे जो मुरब्बी सिलसिला है, उनको वो जो है ना, वो उन पर अटैक कर रहे थे। मैंने कहा था आप उनका नाम ना आने थे, आप इस पे इल्मी बहस करें, ये मेरा मौका था। ਆਹੋ ਤੇ ਉਹ मैं ये नहीं कह रहा था ਤੁਹਾਨੂੰ कि अंसर रज़ा साहब ने गलत कहा है, मैंने ये नहीं कहा, या उन्होंने सही कहा है। उनका एक तरीका है वहाँ बयान करने का उस बात को।
ਤੁਹਾਡੀ तो ਗੱਲ यहाँ ਦਾ जो ਹੀ करंट जो इल्मी बात हो रही है उस पे मैंने कहा बात करें, क्योंकि जो मुखालिफ थे वो उन पे अटैक कर रहे थे हमारे मरबी साहब, ये मेरा मकसद था। ਅਸੀਂ ਬਹਰਾਲ ਉਹੀ ਗੱਲ ਜਿਹੜੀ ਹੈ ਨਾ ਆਇਤ ਮਿਸਾਕੁ ਨਬੀਨ ਦੇ ਬਾਰੇ ਜਿਹੜੀ ਤੁਹਾਡੇ ਦਰਮਿਆਨ ਆਪਸ ਵਿੱਚ ਇੱਕ ਕਹਿੰਦਾ ਇਹ ਹੈ ਦੂਜਾ ਕਹਿੰਦਾ ਉਹ ਹੈ। नहीं नहीं, हमारा कोई इख्तलाफ नहीं है, बिल्कुल क्रिस्टल क्लियर हमारा माशाल्लाह मौक़िफ़ है। ਕੀ ਇਜਮਾ ਹੈ ਤੁਹਾਡਾ? अभी ਕੀ नहीं, ਇਜਮਾ ਹੈ ਹੁਣ आपसे ਦੱਸੋ बात ਕੀ करेंगे, अभी नहीं, ਕਿਹੜੀ अभी ਗੱਲ ਤੇ नहीं, ਇਤਫਾਕ ਹੈ ਤੁਹਾਡਾ? ਲਓ ਜੀ अभी ਸੁਣੋ नहीं। ਜੀ। मैं जो इस वक्त बात करने आया था, ये बिलाल साहब कल 2 घंटे हमारे अहमदियों से बातें करते रहे और बड़े शीरीन अंदाज में करते रहे। ਹਾਂਜੀ ਹਾਂਜੀ 2 घंटे ही अहमदियों से बात करके आए हैं और माशाल्लाह इतनी अच्छी ਭਾਵੇਂ बात 4 करते हैं ना, ਘੰਟੇ ਕਰੇ उसको तो- ਜ਼ਾਦ ਹੈ ਉਹ ਜ਼ਾਦ ਹੈ, ਉਹ ਕੋਈ ਮਤਲਬ ਹੈ ਉਹਦੇ ਗੱਲ 'ਚ ਕੋਈ ਤੌਕ ਹੈ ਕਿਸੇ ਦੀ ਬੈਤ ਦਾ ਕਿਸੇ ਦੀ ਗੁਲਾਮੀ ਦਾ? नहीं, ਜ਼ਾਦ ਪੈਦਾ लेकिन ਹੈ, जब ये वहां बात करते बहुत अच्छी करते हैं, कसम से चलो, इन्होंने अच्छी- इतनी अच्छी प्यार से बात। बात की है ना। ਅੱਛੀ ਕਰੇ ਬੁਰੀ ਕਰੇ ਉਹ ਇੰਡੀਪੈਂਡੈਂਟ ਆਦਮੀ ਹੈ ਅੱਲਾਹ मैं ਨੇ ਮੈਂ बड़ा ਇੱਥੇ ਕਿਹੜੀ बड़ी ਗੱਲ बड़ी ਕਰਦੀ ਹੈ बात ਰਾਣਾ करते ਸਾਹਿਬ, ਤੁਸੀਂ ਲਾਮਾ ਸਾਹਿਬ ਨਾਲ ਗੱਲ ਕਰੋ, ਮੇਰੇ ਨਾਲ ਨਾ ਆਓ, ਮੈਂ ਕੋਈ ਐਸੀ ਗਲਤੀ ਨਹੀਂ। नहीं, ਤੁਸੀਂ ਇਹ मैंने ਦੱਸੋ आपकी ਵੀ तकलीफ ਉਹਦੇ ਉੱਤੇ ਇਤਫਾਕ ਹੁਣ ਤੁਹਾਡਾ ਕੀ ਹੋਇਆ ਹੈ ਮਿਸਾਕੁ ਨਬੀਨ ਦੇ ਉੱਤੇ ਤੁਹਾਡਾ ਕੀ की। मैं ਇਤਫਾਕ? बात करूंगा, मैं अभी तो मैं इस पे बात नहीं कर रहा, मैं कर लूंगा बात। ਨਹੀਂ करूंगा, ਜੇ लेकिन अभी ਇੱਕ मौका ਫਿਕਰ नहीं। ਦਾ ਇਤਫਾਕ ਦੱਸਣਾ ਵੀ ਇਹਦੇ ਸਾਡਾ ਇਤਫਾਕ ਹੈ ਕਿ ਅਸੀਂ ਮੁਸੱਦਕ ਰਸੂਲ ਮਿਰਜ਼ਾ ਸਾਹਿਬ ਨੂੰ ਤੁਸੀਂ ਮੰਨਦੇ ਸਾਡੀ ਜਾਂ ਖਬਰ ਨਬੀ? ਜਾਣ ਦਿਓ, ਆਪਣੇ ਪੀਰ ਸਾਹਿਬ ਨੂੰ ਫੜੋ। ਮੈਂ ਇਹ ਕਹਿਣੇ ਆਇਆ ਹੂੰ ਕਿ ਸਾਡੇ ਘਰ ਨੂੰ ਛੱਡੋ, अपनी खबर लाओ, वहां बहुत प्रॉब्लम्स है, ये मैं कहना चाह रहा हूँ आपको। ਭਾਈ नहीं समझ आ रही? ਸਾਡੇ ਘਰ ਪ੍ਰੋਬਲਮ ਹੋਏਗੀ ਅਸੀਂ ਰਿਜ਼ੋਲਵ ਹਾਂ। ਕਰਾਂਗੇ। ਸਾਨੂੰ ਤੁਹਾਡਾ ਮੌਕਫ ਚਾਹੀਦਾ ਹੈ ਕਿ ਤੁਸੀਂ ਜਿਹੜਾ ਨਬੀ ये ਪਾਕ ਦੇ पीर कुत्ते ਬਾਕੀ मार सारे गंदी गालियां दी हैं परसों ਉਹ ਯਾਰ चौधरी ਪੀਰ डब्ल्यू ਕੁੱਤੇ साहब ਮਾਰਨ को। ਨੂੰ ਮੈਂ ਟੱਕਰ ਲਾਂਗਾ, ਪੀਰ ਕੁੱਤੇ ਮਾਰ ਹਾਂ। ਜਾਣੇ ਤੇ ਅਸੀਂ ਜਾਣੀਏ। ਮੈਂ ये ਇਹ ना ਕਹਿਣਾ करेंगे आप। ਮੈਂ ਇਹ ਕਹਿਣਾ ਕਿ जी, जी। ਉਹ ਤੁਸੀਂ ਇਹ ਦੱਸੋ ਕਿ ਹੁਣ ਤੁਹਾਡਾ ਇਤਫਾਕ ਕਿਹੜੀ ਗੱਲ ਤੇ ਮੁਸੱਦਕ ਰਸੂਲ ਜਮਾਤ ਅਹਿਮਦ ਕਿਹਨੂੰ ਮੰਨਦੀ ਹੈ? मैं करूंगा बात, अभी मैं इजाजत चाहता हूँ, मैं करूंगा। अभी तो ਇਹ मैं ਤੁਹਾਨੂੰ छोटा ਪਤਾ सा एक ਨਹੀਂ, लुकमा ਇਹ ਤੁਹਾਡਾ आपको दे ਇਤਫਾਕ दिया। ਨਹੀਂ, ਫਿਰ ਅਸੀਂ ਤਾਂ ਉੱਥੇ ਹੀ ਰਹਿਣਾ ਨਾ। ਭਾਈ ਤੁਸੀਂ ਅਗਰ- ਆਂਦੇ ਹੋ ਕਿ ਅਨਸਰ ਜ਼ਕੂ ਜਾਂਦਾ ਤੇ ਤੁਸੀਂ ਆਂਦੇ ਹੋ ਇਹਦੀ ਗੱਲ ਦਾ देखिए ਦਫਾ ਨਾ हमारा ਕਰਿਓ इत्तेफाक है, ਤੇ ਤੀਜਾ हमारा ਮਰਬੀ इत्तेफाक ਕਹਿੰਦਾ है। ਹੈ ਪਰਾ तो होता कुछ नहीं तो आ जाते हैं दबेते करने जो हजरत मिर्जा साहब ने कहा उस पे इत्तेफाक है। पढ़ते हैं नहीं है। ਨਹੀਂ ਰਾਣਾ ਸਾਹਿਬ, ਤੁਹਾਨੂੰ ਕਿਹਨੇ ਕਿਹਾ ਵੀ ਚੱਲਦੇ ਟੋਕੇ ਚ ਅੱਗ ਰੱਖਦਾ? नहीं नहीं, टोके च की हाथ देना, मैं तो थानू आईना दिखाना है, सिर्फ आईना। ਆਇਨੇ ਦੇ ਅੱਜ ਕੱਲ ਜਿਹੜੇ ਨਵੇਂ ਆਇਨੇ ਆਏ ਨੇ ਨਾ, ਅੱਜ ਕੱਲ ਹਾਂ। ਜਿਹੜੇ ਨਵੇਂ ਆਇਨੇ ਆਏ ਨੇ ਉਹ ਦੋ ਪਾਸੇ ਹੁੰਦਾ ਪਤਾ ਜੇ, ਜਿਹੜਾ ਹਾਂਜੀ, ਦੂਜੇ ਪਾਸੇ ਵਾਲਾ ਉਹ ਜ਼ਿਆਦਾ हम तो- ক্লোਜ਼ ਵਿਊ ਦਿੰਦਾ ਹੈ। हम तो ਦੇਖਿਆ अल्लाह ਜੇ? का शुक्र है, सबसे पहले आईना देख के ही आते हैं। ਮੈਂ ਪਿਆਨਾ ਉਹ ਦੂਜਾ ਪਾਸਾ ਜਿਹੜਾ ਉਹ ਜ਼ਿਆਦਾ ক্লোਜ਼ ਵਿਊ ਦਿੰਦਾ ਉਹਦੇ ਤੇ ਨਜ਼ਰ ਮਾਰੋ। अल्लाह का शुक्र है, हम तो बिल्कुल अपनी गलतियां अगर होती हैं तो उसको मानते भी हैं और उसको हाँ। तस्लीम करके इंसान है, हम कोई नहीं तो राणा साहब, वो दोस्त एक नहीं बार अपनी गलती मान गया है कि अब वो ठीक है ना रजा तलमनान से? है। अब अच्छी है ना दोनों का मतलब? ओके जी, बुलाल जी? साहब, फिर बात होगी बाद में। नहीं, इसी ਮੈਂ ऊपर ਕਿਹਾ बात ਕੋਈ होगी। ਇਤਫਾਕ ਤੁਹਾਡਾ ਕਿਹੜੀ ਗੱਲ ਤੇ ਹੋ ਗਿਆ ਇਹ ਤੇ ਦੱਸ ਛੜੋ। ਤੁਸੀਂ आओगे ना, फिर गल करांगे। ਨਹੀਂ ਇਤਫਾਕ ਹੋਇਆ ਤੇ ਫਿਰ ਸਾਡਾ ਤੁਸੀਂ ਹੱਕ ਹੈ ਨਾ ਗੱਲ ਕਰਨ ਦਾ। ਤੁਸੀਂ ਹੈਂ? ਇਹ ਗੱਲ ਕੀਤੀ ਸੀ, ਉਹਦੀ ਮਾਜ਼ਰਤ ਕਰ ਲਓ, ਫਿਰ ਮੈਂ ਗੱਲ ਕਰਾਂਗਾ। ਕਿਹੜੀ ਗੱਲ ਦੀ ਮਾਜ਼ਰਤ ਕਰ? और मैं आपसे वहां बात करूंगा बाद में। ਨਹੀਂ ਗੱਲ ਕਿਹੜੀ ਦੀ ਗੱਲ ਕਿਹੜੀ पे ਕਰਦੇ ਇਹ ਨਹੀਂ ਸਮਝ मैं अभी आप अपने मसाइल निपटा लें, फिर इस बारे में माजरत ਤੁਹਾਡਾ करवा ਕੋਈ दे, ਮਸਲਾ ਹੈ ਹੀ नवा- ਨਹੀਂ, ਇਹਨਾਂ ਦਾ ਕੋਈ ਮਸਲਾ ਹੈ ਨਹੀਂ। ਇਹਨਾਂ ਤੋਂ ਕੋਈ ਵੱਡਾ ਹੋਵੇ ਜਿਹੜਾ ਮੇਰੀ ਨਾ ਮੰਨੇ ਤੇ ਉਹਨਾਂ ਦੀ ਗੱਲ लाओ ਵੱਖਰੀ ਹੈ। लाओ उनको, नवीद साहब को क्यों नहीं लेते ऊपर? ਇਹਨਾਂ ਉਹ ਮੈਨੂੰ ਨਜ਼ਰ ਹੀ ਨਹੀਂ ਆ ਰਿਹਾ। ਮੈਂ ਤੁਹਾਨੂੰ 3 ਵਾਰੀ ਥੱਲੇ ਲਿਸਟ 'ਚ नवीद ਵੇਖਿਆ। साहब ऊपर आए। ਸ਼ਾਰਪ ਸ਼ੂਟਰ चलो ਕਰੇ मैं ਥੱਲੇ ਕੁੱਤੇ ਵਾਲਾ। काल करके सद लेना वा। ਮੈਂ 3 ਵਾਰੀ ਉਹਨੂੰ ਵੇਖਿਆ ਥੱਲੇ, ਮੈਨੂੰ बड़े ਨਜ਼ਰ ਨਹੀਂ ਆਇਆ। इंसान हैं। ਮੈਨੂੰ बड़े ਆਮਦਾ लिखे ਨਜ਼ਰ ਤੇ इंसान। ਮੈਨੂੰ ਲੈ ਲੈਣਾ ਉੱਤੇ, मैं ਜਾਣਾ ਤੇ ਹੋ ਜਾ। वैसे इनको हुआ क्या हुआ है नवीद साहब? बड़े पढ़े लिखे इंसान हैं, मैं खुद इन पे बड़ा, मैं इनको बात कर रहा ਉਹ हूं। ਤੁਸੀਂ ਇਹਦੇ ਬਾਰੇ ਤੁਹਾਨੂੰ ਫਿਕਰ ਕਰਨ ਦੀ ਕਿਹੜੀ ਜ਼ਰੂਰਤ ਹੈ? वो मेरे बड़े पर्सनल फ्रेंड हैं, ये ਪਰਸਨਲ मदद से हट ਫਰੈਂਡ गया, वो ਨੇ पता है? ਮੈਂ ਪਿਆਨਾ, ਲੇਕਿਨ ਇਹਦੇ 'ਚ ਤੁਹਾਡਾ ਮਸਲਾ ਤੇ ਹੈ ਹੀ ਨਹੀਂ ਕੋਈ। ਤੁਹਾਡਾ ਨਹੀਂ, ਮਸਲਾ ਇਹਦੇ ਤੇ ਉਹ ਵੀ ਜਿਹੜਾ ਇਨਸਾਨੀਅਤ ਤੁਹਾਡੇ ਘਰ ਪੈਦਾ ਹੋਇਆ ਹੈ ਕਿ ਇੱਕ ਜਿਹੜਾ ਹੈ ਉਹ ਇਨਸਾਨੀਅਤ ਆਂਦਾ ਹੈ ਦਾ ਕਿ ਮਤਲਬ ਮਿਰਜ਼ਾ ਹੈ ਸਾਹਿਬ ਨਾ। ਨੂੰ ਸੱਦਕ ਰਸੂਲ ਨੇ, ਦੂਜਾ ਆਂਦਾ है ਇਹਦਾ ਦਫਾ ਨਾ करिए ने चवल मारती है, तीजा आंदा है आप लोगों ने कुछ पढ़ा तो होता नहीं, तो आप क्यों जाके दबेते करते हैं? नहीं नहीं, ये तो आपकी जुबानी बातें, ऐसा कुछ नहीं हुआ। हम यार माशाल्लाह हमने भाई ये किने किया है, असली फिक्रा किने किया? यार, ਇਹ मुझे ਇਹਨਾਂ नहीं ਦੇ शौक है दिल में। ਮਰਬੀ ਨੇ ਇਹਨਾਂ ਨੂੰ ਕਿਹਾ ਰਾਣਾ राशिद साहब ਨੂੰ भी आप पढ़ते तो है नहीं, तो आप जाके दबेते करने का आपको बहुत शौक होता है। नहीं नहीं, कोई नहीं कहा बिलाल साहब, कोई नहीं कहा, कोई नहीं कहा। पढ़ा होता कुछ नहीं है। सुनाइए मैंने रिकॉर्डिंग, ਇਹਨਾਂ ਨੂੰ ਹੀ ਆਖਿਆ ਉਹਨੇ ਰਜ਼ੀ ਮਰਬੀ ਨੇ, आपने पढ़ा तो कुछ होता नहीं। लेना नवीद साहब ऊपर ले, नवीद साहब ऊपर ले, नवीद साहब नरेंद्र भाई आ गए। माफी मांगे नवीद साहब, हमारे प्यारे AW साहब से माफी मांगे और बिलाल साहब से माफी मांगे। ਉਹ ਤੁਸੀਂ ਮੈਂ ਕਹਿਣਾ ਨਾ, ਉਹ ਆਂਦੇ ਨੇ ਮੀਆਂ ਸਾਹਿਬ ਤੂੰ ਆਪਣੀ ਭਰੀ ਨਿਭਾ, ਮੁਹੰਮਦ ਮਤ ਕੋਈ ਝਗੜਾ ਲੱਗੇ।
ਤੁਸੀਂ ਆਪਣਾ ਕੋਈ यार मैं ਬੰਦੋਬਸਤ कभी ਕਰੋ। भी देखे, मैं ऐसा इंसान हूं, मैं कभी भी इसमें आपकी हमेशा अच्छाई चाहता हूँ, लेकिन आप जो हमारे ਤੁਹਾਡੀ जो ਅੱਛਾਈ मामला ਤੁਸੀਂ करते हो ਚਾਹੁੰਦੇ ना, ਹੋ। वैसी है इंसान, मैं बताता हूँ ਐਸ ਤੋਂ उसकी ਵੱਡਾ वजह बताता ਜੋਕ ਅਸਾਂ ਅੱਜ ਤਾਈਂ ਨਹੀਂ ਪਹਿਲੇ ਨਹੀਂ ਸੁਣਿਆ हूँ, ਕਦੇ। उसकी वजह बताता हूँ, उसकी वजह ਦੁਨੀਆ बताता ਦਾ हूँ, वजह ਸਭ ਤੋਂ बताता ਵੱਡਾ ਲਤੀਫਾ ਤੁਸੀਂ ਇਹ ਸੁਣਾਇਆ ਕਿ ਤੁਸੀਂ ਲੈ। ਸਾਡੀ ਭਲਾਈ ਚਾਹੁੰਦੇ ਹੋ। हूँ। जी जी बिल्कुल चाहता हूँ, बिल्कुल चाहता ਸੁਭਾਨ हूँ। ਅੱਲਾह। मैं आपको वजह बताता हूँ, क्योंकि आप प्यारे हजरत मोहम्मद मुस्तफा सल्लल्लाहु अलैहि वसल्लम के मानने वाले ਹਾਂਜੀ हैं, ठीक है। ਫਿਰ ਉਹ ਆਜ਼ਾਦ आपने ਕਸ਼ਮੀਰ ਦਾ ਜਿਹੜਾ ਵਜ਼ੀਰ ਆਜ਼ਮ ਹੈ ਉਹਨੇ ਗਲਤੀ ਆਖਿਆ ਨਾ ਆਸਤੀਨ ਦੇ ਸੱਪ ਤੋਂ, बात ਫਿਰ ਗਲਤੀ बात तो कर लेने दे, बात ਤੁਸੀਂ तो ਸਾਡੀ कर ਭਲਾਈ ਚਾਹੁੰਦੇ ਹੋ। छोटी सी बात तो करने दे, वजह बता देता हूँ ना, दलील से बता रहा हूँ। आप रसूल अरबी मोहम्मद मुस्तफा सल्लल्लाहु अलैहि वसल्लम को मानने वाले लोग हैं, आपने वक्त के इमाम को नहीं माना, इसलिए आपके लिए हमदर्दी है और दुआ है कि अल्लाह ताला आपको हक पहचानने की तौफीक दे, क्योंकि हमने पहचान ली है और आपको हक पहचानने की तौफीक दी। आप ये ये दुआ कहें आपके कि लिए करना आपने गलत है। वक्त के मोहम्मद रसूलुल्लाह जिसको आपने बनाया है ना, उसको नहीं हमने माना आज तक। तो अल्लाह, वो तो खैर ये फिर हमसे डिटेल आ काम नहीं जाती है हो ना, सका। वो डिटेल में ये जुल्म जाएंगे। हमसे नहीं हो सका कि हम अपने नबी को, नबी का टाइटल को भी किसी के साथ शरीक कर दें। ये कहना आपने खुल तो के कहें। आपने तो रसूल अरबी सल्लल्लाहु अलैहि वसल्लम को झुटला के एक मदई नबूवत को मान लिया, जी तो आपका तो रसूल अरबी से कोई ताल्लुक रहा ही नहीं। आप कहते हैं कि ये- हम आपका सुन, आप जवाब तो सुन लेना। जी, जी, आप बताइए। कहते हैं कि आप कोई मतलब हमारी भलाई इसलिए आपसे चाहते बात हैं। करेंगे, मैं करूंगा। हाँ, आप ये कह रहे हैं कि आप हमसे, वो कहा ना, इसमें क्या उन्होंने गलत बात कर दी। आप हमारे साथ भलाई इसलिए चाहते हैं क्योंकि हम रसूल अरबी के मानने वाले। भाई हम पहले आप जुटलाने वाले हैं, हमारा और आपका कोई मतलब सांझ है। एक जुटलाने वाला हो, एक मानने वाला हो, एक तस्दीक करने वाला हो, एक तकजीब करने वाला हो, उन दोनों की कोई वो पीर भाई वाला रिश्ता रह जाता है पीछे? कोई रिश्ता नहीं रहता। तो आपका तो कोई रसूल अरबी से लेना देना कोई नहीं। हमारा क्योंकि नबी अलैहिस्सलातु वस्सलाम के बाद कहते हैं ना, सब कुछ खुदा से मांग लिया, उनको मांग कर उठते नहीं है हाथ मेरे इस दुआ के बाद। हमारे पास तो उनके अलावा कुछ है नहीं, तो हमारा तो उनसे ताल्लुक है, लेकिन आपका उनसे कोई लेना देना नहीं है। आपने जब उनके बाद एक मदई नबूवत को मान लिया, तो आपने उनको झुटला दिया, उनकी बात को गलत कहकर आपने अपनी अक्ल और अपने इस सरबरा को मान लिया। तो अब आपका हमारे साथ उनकी वजह से, नबी पाक की वजह से कोई रिश्ता होना नहीं चाहिए, क्योंकि हमारी नज़र में तो आपने उनको झुटला दिया है और आपका उनसे कोई रिश्ता ताल्लुक रहा नहीं। चले मैं एक इसको छोटा सा अगर रिस्पॉन्स करने का मौका दे, ये तो आपका मौकफ है ना कि हमने जुटला दिया और हमने कर लिया, लेकिन एक मौकफ हमारा है या एक मौकफ मिर्जा साहब का है। एक मिनट, ये शोर आ रहा है, बात नहीं हो पा रही। मैं करता हूँ। तो बात ये है कि हम तो मिर्जा साहब कहते हैं कि है ही रसूल पाक सल्लल्लाहु अलैहि वसल्लम की अताअत और गुलामी में है, जो भी उन्हें मुकाम मिला है वो आप सल्लल्लाहु अलैहि वसल्लम की गुलामी मिला और तमाम जमात अहमदिया, और हम इसी बात का यकीन रखते हैं। लेकिन बहरहाल आपको एक मिसअंडरस्टैंडिंग कह लें या आपने, मैं अब क्या कहूँ कि अपना कोई कारोबार चमकाना है इस पे, वो मैं नहीं जानता कि क्या है आपको। तो वो एक दो ओपिनियन है, एक ओपिनियन आपका, एक हमारा, लेकिन आप इसमें फैसला नहीं कर सकते, ना आपको हक दिया है। और दूसरी बात, आप भी एक नबी के आने के कायल हैं। अगर आप ये समझते ना कि उसके बाद आप इसलिए कहते हैं मुद्दई नबूवत, भाई नबी तो आ रहा है ना, आप एक नबी के आने के कायल हैं, मोहर तो आप भी तोड़ रहे हैं, आप तो एक हकीकी नबूवत के आने के कायल हैं, और आप तो एक ऐसे नबी के आने के कायल हैं जो कि आज़ाद है और रसूल पाक सल्लल्लाहु अलैहि वसल्लम की अताअत से बाहर है। तो उस लिहाज से तो हमारा अकीदा बहरहाल बेहतर है। चले बहरहाल इस पर बात होगी इंशाल्लाह, मैं अभी इजाजत चाहता हूँ। तो ये कोई ऐसा मैं बहस नहीं कर रहा आपसे, आपका मौका भी आ गया सामने माशाल्लाह, ठीक और मेरा भी सामने है। लोग ठीक है, जिसको गुजारिश ये है, जी आप सुने मेरी बात। हमने उसी का आना माना है जिसकी खबर नबी अलैहिस्सलाम ने दी है। और आप जो बातें बना रहे हैं, जो घड़ रहे हैं कि भाई नबी पाक सल्लल्लाहु अलैहि वसल्लम के बाद एक नबी का आना तो आप भी मानते हैं, ये तो हमें मुसलमान के पैरोकारों ने भी ये दलील हमें नहीं दी है कि देखो आप भी तो एक नबी का आना मानते हैं, तो अगर मुसलमान को मान लें तो क्या हर्ज है। ये तो असवदनसी के पैरोकारों ने भी नहीं दलील दिया जो आप दलीलें गढ़ रहे हैं। भाई हमने नबी पाक सल्लल्लाहु अलैहि वसल्लम की क्योंकि हर बात पर यकीन किया हुआ है, ईमान रखा हुआ है, जो कुछ उन्होंने फरमाया है हम तो उसी पर ईमान रखते हैं ना। मैं ये कह रहा था कि आपने एक ऐसे नए मुदई नबूवत को माना जिसका इस्लाम से और पैगम्बर इस्लाम से ताल्लुक़ ख़त्म हो चुका है, और बाकी ये बातें बहाने हैं कि नबी पाक की गुलामी का तो दावा मुसलमान के साथ भी करता था कि मैं आपको रसूल मानता हूँ और मैं आपकी अताअत में ही नबी हूँ और मैं इसमें हिस्सेदार हूँ, आपके
اس رسالت میں، جس طرح مرزا جی کہتے ہیں کہ میں اسم و احمد میں حصے دار ہوں ہر بات میں، آپ تو کہتے ہیں کہ نبی پاک کے ہر خاصے میں مرزا صاحب حصے دار ہے۔ اعوذ باللہ من الشیطان الرجیم۔ تو یہی مسلمہ کے صاحب کہتا تھا، نبی پاک نے کہا تھا کہ یہ کھجور کی جو ہے نا گٹھلی کا جو چھلکا ہے وہ بھی تجھے یہاں سے نہیں ملے گا، یہ جو چھڑی ہے نا کھجور کی وہ بھی تجھے نہیں ملے گی، گیٹ آؤٹ، دفع ہو جاؤ یہاں سے، سوحقن نکل جائے یہاں سے۔ تو نبی پاک صلی اللہ علیہ وسلم کے بعد جتنے بھی آئیں گے ہماری نظر میں تو وہ ایک جیسے ہی ہیں۔ بہرحال کیونکہ آپ نے نبی پاک صلی اللہ علیہ وسلم کی بات کی تکذیب کر دی، ان کی بات کا انکار کر دیا، آپ کا اور ہمارا کوئی سانج کوئی رشتہ باقی رہا نہیں۔ رشتہ وہ ہوتا ہے جو دونوں فریقین متفقہ طور پر کہیں، دیکھیں آپ بھی اسی پیر کو مانتے ہیں، ہم بھی اسی پیر کو مانتے ہیں، اگر دونوں تسلیم کریں کہ ہاں بالکل میں بھی مانتا ہوں اور میں مانتا ہوں کہ تم بھی مانتے ہو، پھر تو ٹھیک ہے، پھر تو رشتہ ہوا۔ لیکن جب ایک بندہ کہتا ہے کہ تم تو میرے پیر کے دشمن ہو، تو پیر بھائی کہاں سے ہو گئے؟ رشتہ کہاں سے ہو گیا؟ رشتہ سانج سے ہوتا ہے، مشترکہ طور پر ہوتا ہے، ایسے نہیں ہوتا۔ ہماری نظر میں آپ نبی پاک کے منکر ہیں اور قرآن کے بھی منکر ہیں، آپ نے ایک نیا دین گھڑا ہوا ہے، ہاں اس پر اسلام کا لیبل لگانا چاہتے ہیں، نبی پاک کے ہر خاصے کو چھین کر اس کے اوپر آپ مرزا صاحب کو فٹ کر کے اسم و احمد، مصدق رسول، اسی طرح سے رحمت للعالمین، قل ان کنتم تحبون اللہ فاتبعونی یحببکم اللہ، اسی طرح سے وما ینطق عن الہوی ان هو الا وحی یوحی، ہر نبی پاک کے خاصے کو چھین کر انا اعطیناک الکوثر، جتنے بھی اعزاز نبی پاک کے قرآن میں بیان ہوئے، محمد رسول اللہ والذین معہ والذین معہ اشداء علی الکفار رحماء بینہم، جتنے اعزاز نبی پاک کے اللہ تعالیٰ نے پیار میں آ کے بیان کیے ہیں محمد عربی صلی اللہ علیہ وسلم کے، ہر اعزاز کو چھیننے کی کوشش میں ہے کہ یہ بھی مرزا صاحب اس کے بھی مستحق ہیں، اس کے بھی حصے دار ہیں، اس میں بھی شریک ہیں۔ اللہ آپ کو اگر ہدایت نہیں دینا چاہتا، وہ صبح ہی ہم بات کر رہے تھے کہ وہ کون لوگ ہیں جن کی کیا کیفیت ہو جاتی کہ اللہ تعالیٰ کہہ دیتا ہے ختم اللہ علی قلوبہم وعلی سمعہم وعلی ابصارہم غشاوہ، ایسی حالت بھی ہو جاتی ہے لوگوں کی کہ اللہ تعالیٰ غضبناک ہو کے کہتا ہے کہ اب تم پر پھر ہدایت کے دروازے بند ہو چکے ہیں، اگر تم نے سورج کو دیکھ کر بھی اندھیرا شور مچانا شروع کیا ہوا ہے تو جاؤ، پھر تمہیں ساری زندگی سے اندھیرے میں مرنا ہوگا، پھر تمہارے لیے ہدایت ہے ہی نہیں۔ ایسا بھی اللہ تعالیٰ کرتا ہے کسی کے ساتھ۔ آپ کو دیکھ کر ہمیں یقین ہو گیا کہ اس طرح کے بھی لوگ پہلے ہوئے ہیں جن کو اللہ تعالیٰ نے کہا کہ ہم نے ان کے دلوں پر مہر لگا دی ہے، ان کی آنکھوں پر پردہ پڑا ہوا ہے، ان کے کانوں پر مہر لگا دی ہے، ہدایت اب ان کے اندر داخل میں بھول جاؤں گا سوالات آپ کے سارے، اگر ٹائم ساتھ دے دیں اتنا ہی۔ ابھی بھی جواب دینا ہے، ایک دو نہیں، انہوں نے 5 منٹ لیے، مجھے بھی آپ تقریباً 3-4 منٹ دیں اس کے بعد ان باتوں کو رسپونڈ کرنے۔ آپ کمپلیٹ کر لیں، آپ مجھے پھر اب مجھے 2-3 منٹ دیجیے گا، میں کوشش کرتا ہوں جو انہوں نے پوائنٹ اٹھائے ہیں۔ بسم اللہ الرحمن الرحیم۔ پہلی بات انہوں نے یہ اٹھائی کہ حضرت محمد مصطفیٰ صلی اللہ علیہ وسلم کے پیشگوئی کے مطابق حضرت عیسیٰ کو مانتے ہیں، تو ہم بھی تو یہی کہتے ہیں نا، لیکن شخصیت کا فرق ہے۔ فرق یہ ہے کہ آپ ایک بنی اسرائیل کے نبی کو زندہ مانتے ہیں، جبکہ قرآن پاک کی صریح جو آیات سے حضرت عیسیٰ علیہ السلام وفات یافتہ ثابت ہو جاتے ہیں۔ تو جب وفات یافتہ ثابت ہو جاتے ہیں اور اس بات پر آپ نے بھی اتفاق کر لیا کہ رسول پاک صلی اللہ علیہ وسلم کی پیشگوئی موجود ہے اور کسی نے آنا ہے، تو پھر ڈیفینیٹلی اگر حضرت عیسیٰ علیہ السلام کی ایک وفات ثابت ہوتی ہے تو وہ امت محمدیہ میں سے ہی وہ شخصیت ہوگی۔ دوسری بات یہ ہے، جس چیز کو آپ اپنے ماتھے پر کلنگ کا ٹیکہ سمجھتے ہیں، جس چیز کو آپ یہ کہہ رہے ہیں کہ یہ امت محمدیہ کے لیے ایک بے برکتی ہے، پتہ نہیں کیا ہے، یہ نظر کو دیکھنے کا فرق ہے۔ اگر آپ اس کو دوسری نظر سے دیکھیں، جس کو کہ ہم بیان کرتے ہیں، ہمارا لٹریچر بھرا پڑا ہے، لیکن آپ اس لٹریچر کی طرف جاتے نہیں ہیں، آپ صرف ان میں سے چنیدہ چیزیں لے کر اس پر اعتراض کر دیتے ہیں۔ اصل بات یہ ہے، ہم تو یہ سمجھتے ہیں کہ حضرت محمد مصطفیٰ صلی اللہ علیہ وسلم کی نبوت میں اتنی پاور تھی، وہ اللہ کے رسول تھے اور خاتم النبیین تھے، ان پر نبوت کے کمالات کا اختتام ہو گیا۔ اب ان کی نبوت میں اتنی طاقت ہے کہ کوئی انسان ان کی پیروی کر کے بھی یہ مقام پا سکتا ہے، لیکن ایسا مقام جو کہ رسول کریم صلی اللہ علیہ وسلم کی برابری میں نہیں بلکہ ان کی اطاعت میں ہے۔ تو جب وہ انسان، بات صرف کانسیپٹ کی ہے، کوئی انسان ان کی پیروی کر آپ کے مجھے روکے نا پلیز، مجھے سوال مکمل کرنے دیں۔ بلال صاحب یہ زیادتی ہے، میرا تسلسل ٹوٹ جائے گا۔ آپ مکمل کریں، اگر آپ میں غلط بات کر رہا ہوں تو آپ مجھے ٹوک دیجیے گا۔
آپ مجھے بعد میں بتا دیجیے گا. میں صرف اتنی بات عرض کر رہا ہوں کہ یہ تو جو انہوں نے بات کی نا کہ جس کو آپ بڑی سمجھ رہے ہیں کہ پتہ نہیں کیا کیا، یہ تو ایک رسول پاک صلی اللہ علیہ وسلم کی نبوت کا فیض ہے کہ اس کے اسی طرح کے بن کے ذل اور بروز میں. تو جب ایک شخصیت اسی رنگ میں رنگ کر ذل اور بروز بن کر آئی تو ڈیفینیٹلی وہ ٹائٹل اس لحاظ سے محبت میں وہ استعمال ہوئے ہیں. یہ کوئی حضرت صلی اللہ علیہ وسلم کا یہ تو نبوت کا فیض ہے. ہم یہ سمجھتے ہیں، یہ کانسیپٹ سمجھنے کی بات ہے کہ اگر ایک الگ شخصیت آ جائے جو کہ آپ کا دعویٰ ہے کہ ایک بنی اسرائیل سے ایک نبی آئے اور وہ آسمان پر بیٹھے ہیں. عیسائیوں کے عقیدوں کو آپ نے فالو کیا. آپ کے عقیدے میں جو آپ ہمیں کہہ رہے ہیں نا، اگر آپ کمپیریزن کریں اس عقیدے میں کیا ہے؟ کچھ بھی نہیں ہے بالکل. تو لیکن جو ہم تو رسول پاک صلی اللہ علیہ وسلم کی افضلیت ہمارے عقیدے سے ثابت ہوتی ہے. لیکن بات یہ ہے کہ ڈفرنس ان کنسیپٹ ہے. آپ مجھے تانے دیں، میں آپ کو تانے دوں. اس سے بہتر یہ ہے کہ اس کو اسٹڈی کریں، اس معاملے کو آپ بھی اسٹڈی کریں، میں بھی اسٹڈی کروں کہ کیا بات درست ہے، کیا تشریح درست ہے، کس میں جو آپ جو اعتراضات کرتے ہیں نا، 3 منٹ آپ ہو جو گئے. اعتراضات کرتے ہیں، میری بات سنیں، جو آپ اعتراضات کرتے ہیں کہ یہ ٹائٹل لے لیا، وہ ٹائٹل، جب آپ بنیاد کو سمجھ جائیں گے نا، ایک بنیاد ہاں کو، ٹھیک، پھر آپ کو وہ اعتراض نہیں لگیں گے، چلیں پھر 3 آپ کو منٹ اس ہو کی گئے. چیز کی سمجھ آ جائے گی آپ کو. یہ ہے اصل بات. اچھا، بات یہ ہے، پہلی جو بات آپ نے کہی ہے کہ ہم بھی ایک نبی کا آنا مانتے. میں کہتا ہوں اس طرح کا مکر اور فریب مسلمہ کذاب اور اسود انسی کے پیروکاروں نے بھی نہیں کیا جو آپ ہمارے ساتھ کرنے کی کوشش کر رہے ہیں. رانا صاحب خدا کا خوف کریں. بات ختم نبوت کی ہو رہی ہوتی ہے کہ نبی پاک کے بعد نبی پاک نے فرمایا کہ میرے بعد نبوت ختم ہو چکی ہے، جو نبوت کا دعویٰ کرے گا وہ کذاب دجال ہے. آپ نے کہا نہیں ایک نبی کا تو آپ بھی آنا مانتے ہیں، عیسیٰ علیہ السلام کا ہم آنا مانتے ہیں. وہ کیس اور ہے، ختم نبوت اور ہے. ختم نبوت کو نزول المسیح کے ساتھ جوڑ کے خلط ملط کرنا کیسا دھوکہ ہے، کیسا دجل ہے، کیسا فراڈ کرنے کی آپ کوشش کرتے ہیں. ایک نبی کا آنا آپ بھی ہم عیسیٰ علیہ السلام کا آنا مانتے ہیں، وہ بھی نبی علیہ السلام کی خبر کی بنیاد پر. اگر نبی پاک نے خبر نہ دی ہوتی ہم کسی کا بھی آنا نہ مانتے. لیکن ان کی جگہ آپ کہتے ہیں کہ نہیں، ہم بڑی نبی پاک کی عزت کر رہے ہیں کہ نبی پاک کی نبوت میں اتنی طاقت ہے کہ دیکھو کہ ان کی اطاعت کر کے بندہ نبی بن جاتا ہے. نبی تو اللہ تعالیٰ بناتا ہے، نبوت کا کریٹر اللہ رب العزت ہے. نبی علیہ الصلوۃ والسلام کی نبوت کریٹر نہیں ہے، نبوت کی کریٹر نہیں ہے، مرشد نبوت صاحب کی کو اوپر لے تخلیق. لیں، ایک منٹ، مرشد صاحب کو احمدی ہیں، ان کو اوپر لے لیں. میں جاتا ہوں. وہ کہتے ہیں کہ رانا میں صاحب بات ان کی کرنا بات چاہتا ہوں. مکمل ہونے دیں، ٹوکی نا آپ نہیں، پلیز. یہ مرشد صاحب کہہ رہے ہیں مجھے چھوڑ دیں کہ چھوڑ آپ دیں ان کو اوپر جی. لینے اچھا والے. لے لیتے ہیں. میں یہ ان کو کہیں کال ڈالے میں لے لیتا ہوں. میں یہ کہہ رہا ہوں کہ نبی علیہ الصلوۃ والسلام کے ذمے آپ یہ بات لگا کر دھوکہ دینے کی کوشش کرتے ہیں کہ ہم ان کی عزت کر رہے ہیں کہ ان کی نبوت میں بڑی طاقت آ گئی ہے، بڑی روحانیت آ گئی ہے، بڑی وہ روحانی قدسی ہے کہ دیکھو جی ان کی اطاعت سے نبی بن جاتا ہے. یہ فراڈ ہے، یہ دھوکہ ہے. نبی اللہ بناتا ہے. اللہ رب العزت جس کو چاہتا ہے وہ نبوت کے لیے چنتا ہے. نبی پاک کی اطاعت پہلی تو بات ہے کہ اس سے نبی بنتا نہیں، نہ نبوت کو وہ کریٹ کرتی ہے، نہ کر سکتی ہے. نبی علیہ الصلوۃ والسلام کی جہاں تک اطاعت کا تعلق ہے، میں یہی آج آپ کو چیلنج کرتا ہوں اور 1000 بار چیلنج کیا ہے. مرزا صاحب کی زندگی میں سے نبی پاک کی اطاعت دکھا دیں، منہ مانگا انعام مجھ سے لے لیں. جو نبی پاک صلی اللہ علیہ وسلم کی سیرت طیبہ ہے اس کے بالکل الٹ زندگی ہے. اتنا بڑا نبی پاک کی زندگی کا، سیرت طیبہ کا کنٹراسٹ آپ کو دکھائی نہیں دے گا کسی بندے کی زندگی میں جتنا اس شخص کی زندگی میں ہے. نبی پاک صلی اللہ علیہ وسلم سب سے زیادہ خوبصورت ہے، یہ سب سے بڑا بدصورت. نبی پاک سب سے زیادہ اب آپ سخی دیکھیں، ایک منٹ، آپ ریڈ لائن کراس کر رہے ہو تو میں جا رہا ہوں. خدا حافظ. کون سی ریڈ لائن کراس ہو گئی ہے؟ ٹھیک ہے جی. آپ میری بات سن، اگر آپ کو کوئی بندہ کہے کہ فلاں بندہ جو چرسی پنگی ہے وہ آپ کے مرزا صاحب کا ذیل بروز، آپ کو غصہ لگے گا نا کہ بالکل بعین ہی یہ مرزا صاحب کی ہی شخصیت ہے. وہ زانی ہو، وہ شرابی ہو، وہ پنگی ہو، وہ چرسی ہو، وہ جیب تلاش ہو، آپ کہیں گے وہ کریمنل آدمی کو ہمارے مرزا صاحب کے ساتھ ملا رہے ہو. ایسے ہی ہمارے دل پر چھریاں چلتی ہیں جب آپ ان کو، اپنے مرزا صاحب کو ہمارے محبوب نبی صلی اللہ علیہ وسلم کا ذل بروز قرار دینے کی کوشش کرتے ہو یا ان کی دوسری بعثت قرار دینے کی کوشش کرتے ہو. ایسے ہی ہمارے دل پر چھریاں چلتی ہیں کیونکہ ہمارے محبوب نبی جیسا سونا کوئی چشمے فلک نے دیکھا نہیں، ان جیسا کوئی دھوکے باز اللہ کی دھرتی پر کوئی پیدا ہی نہیں ہوا. ایسا فراڈ، ایسا مکر. وہ رات کو سہنی صاحب کہنے لگے 2 فقرے اردو کے ہمیں سمجھ نہیں آتے. میں نے کہا آ جاتے ہیں آپ کو سمجھ، کہتے دیکھنا میں پڑھتا ہوں، نہ سمجھ آئے تو کہنا ایک غلطی کا ازالہ پڑھے 2 فقرے آخری. میں نے کہا آگے سمجھ، کہتے آگے
میں نے کہا پوچھیں ان سے یہ متفق ہے آپ کی سمجھ سے؟ کوئی بھی متفق نہیں. کیوں؟ جلیبی بنائی ہوئی ہے، جلیبی بنائی ہوئی ہے. اس کے آخر پر لوگ مجھ پر الزام لگاتے ہیں میں نے نبوت کا دعویٰ کیا، جاہل مخالف ہیں. میرا تو ایسا کوئی دعویٰ نہیں، ساتھ ہی نبوت کا دعویٰ کھڑکایا ہوا ہے. گول گھما کے پھر بات وہیں پہ رکھی ہوئی ہے. ایسا دھوکے باز انسان اللہ کی دھرتی پر آپ کو نظر ہی نہیں آئے گا. محمد عربی صلی اللہ علیہ وسلم جیسا راست باز انسان چشم فلک نے دیکھا ہی نہیں ہے. ان کے دشمنوں نے بھی کہا کہ ان جیسا راست باز سچا ہے ہی کوئی نہیں. آپ کس شخص کو ان کا ذل بروز بنانا چاہتے ہیں؟ فراڈی آدمی کو، فراڈولنٹ کو. تو ہمیں تو تکلیف ہوتی ہے جب آپ یہ باتیں کرتے ہیں، ہم دل پر پتھر رکھ کر سن لیتے ہیں. جب ہم حقیقت بیان کرتے ہیں آپ کی چیخیں نکلنی شروع ہو جاتی ہیں. کیوں آپ اس بندے کو یہ کہنا چاہتے ہیں کہ یہ نبی پاک کا ذل بروز ہے؟ کون سی اطاعت ہے نبی پاک کی؟ ان کی زندگی میں سے نبی پاک کا ایک سیرت کا پہلو نکال کر دکھا دیں. ہر سیرت کے پہلو میں کنٹراسٹ نظر نہ آئے، میں نام بدل دوں گا اپنا. نبی پاک سب سے زیادہ رحم دل، سب سے زیادہ سخی، یہ سب سے زیادہ بخیل، سب سے زیادہ ظالم، درندہ صرف اپنی بیوی تک کو، اپنے بچوں تک کو کیا سلوک کیا ان کے ساتھ، اپنی بیوی کے ساتھ کیا سلوک کیا، حرمت بیوی کے ساتھ، اپنے بچوں کے ساتھ کیا سلوک کیا. نبی علیہ الصلوۃ والسلام جیسا اپنی بیوی بچوں کے لیے، اپنے گھر والوں کے لیے، ایون اپنے خاندان کے لیے، قریش کے لیے ایسا رحم دل ہوا ہی کوئی نہیں. اپنے خاندان کے لیے ایک بندے نے کہہ دیا نبی پاک کو، سن لیا نبی علیہ السلام نے، کہیں وہ کہہ رہا تھا کہ نبی پاک کی شخصیت ایسے ہے جیسے وہ کوئی کسی مطلب مٹی وغیرہ گندی مٹی کے اوپر وہ کھجور کا پودا اگا ہوا ہوتا ہے. نبی پاک کو اتنا برا لگا، نبی علیہ السلام کو اتنا شدید غصہ آیا کہ تو میرے قبیلے کے بارے میں اس طرح کی بات کر رہا ہے. اپنی طرف سے تو اس نے نبی پاک کی تعریف کی کہ باقی تو خاندان قبیلہ جو ہے دیکھ ہی لو قریش کے حالات. نبی علیہ السلام کو اتنا برا لگا. آپ اپنے خاندان کے لیے بھی رحم دل، اپنے قبیلے کے لیے بھی رحم دل، اپنے گھر والوں کے لیے بھی اتنے رحم دل کہ ہمارے استاد کہا کرتے تھے بیوی کی گواہی، شریک کی گواہی، دشمن کی گواہی اور غلام کی گواہی، یہ تین گواہیاں جس بندے کے پلڑے میں ہونا وہ پار ہوتا ہے. بندے کے پلڑے میں ہونا وہ پار ہوتا ہے. بندے کے پلڑے میں ہونا وہ پار ہوتا ہے. بیویاں بھی کہتی ہیں ساری زندگی میں جدوں دی اس کا رہی من لبا کی. غلام بھی کہتا ہے بھئی آپ تے کباب نہ روٹی کھانا منو تے پکوڑیاں نال دیندا ہے. غلام بھی کبھی خوش نہیں ہوتا. تو نبی علیہ الصلوۃ والسلام جیسا تو صاحب کردار انسان چشم فلک نے دیکھا ہی نہیں ہے. اس طرح کا جو آپ کا جو کردار ہے بندے کا، اس کو یہ کہنا کہ یہ نبی پاک کا ذل اور بروز ہے، اس سے بڑا ظلم، اس سے بڑا دھوکہ، اس سے بڑی زیادتی مسلمانوں کے ساتھ، اہل اسلام کے ساتھ اور خود محبوب نبی کی معصوم ذات کے ساتھ اور ہے ہی کوئی نہیں. ان کی اطاعت کر کے نبی بن کے، ان کی اطاعت کر کے پھر کہتے ہیں جی وہ مسیح علیہ السلام تو وہ تو مانتے ہیں نا کہ مسیح علیہ السلام نے آنا ہے، تو پھر آپ تو مانتے ہیں بھائی مسیح علیہ السلام کا فوت ہونا اور ان کی جگہ پر مسیح موعود بن جانا، یہ تو بہاولہ بھی مانتا ہے، یہ تو بہاولہ بھی مانتا ہے. آپ نے تو سیکھا ہی سارا کچھ اس سے ہے. پھر دوسری بعثت جو آخرین منہم لما یلحقوا بہم، اس سے آپ نے نکالنے کی کوشش کی، یہ بہاولہ سے لی ہے، یہ اس کا دعویٰ ہے، یہ بہائیوں کا دعویٰ ہے کہ نبی پاک کی دوسری بعثت بہاولہ رانی ہے. اور میں کہتا ہوں کہ اگر ان دونوں لوگوں کے، دونوں اشخاص کے کردار کو دیکھا جائے نا، تو اگر آپ نے چیک ہی کرنا ہے، ضرور صبر ہی کرنا ہے، ضرور دل پر پتھر ہی رکھنا ہے، سننا ہی ہے، تو بہاولہ کے بارے میں ہم سن سکتے ہیں، کیونکہ کم از کم اس کا فراڈولنٹ کریکٹر نہیں ہے. جا کے چیک کر لیں. وہ ایک بڑے باپ کا بیٹا تھا، اس کے پاس کرسی تھی، عزت تھی، دولت تھی، شہرت تھی، وزیر کا بیٹا تھا، مجلس شورا کے ممبر کا بیٹا تھا. اس نے ہر چیز داؤ پہ لگا دی اپنے دعووں کے لیے، جو بھی اس کو دکھائی دیتا تھا، جو بھی اس کو محسوس ہوتا تھا اس نے چلے کیے. تو اس نے جو دعوے کیے تو غلط، لیکن اس کے اوپر یہ الزام نہیں ہے کہ اس نے کسی کے ساتھ فراڈ کیا، چاچے دے پتر گھر نہیں تے راتوں رات انہوں نے زمین تے قبضہ کر لیا. اس کے اوپر یہ فراڈ نہیں، یہ الزام نہیں ہے کہ لوگوں سے 50 کتابوں کے پیسے لے کر 5 لکھ کر ان کے متھے مار دی ہیں. اس کے اوپر یہ الزام نہیں ہے کہ کبھی پانی پینے پلانے پہ جھگڑا، کبھی گھوڑا آگے بڑھانے پہ جھگڑا، کبھی جناب مکان کے نام پر چندہ، کبھی مینار کے نام پر چندہ، مینارۃ المسیح بن رہا ہے 2 دفعہ اس کے نام پر، 1 دفعہ مکان کے نام پر، 1 دفعہ قبرستان کے نام پر، چندہ ہی چندہ، چندہ ہی چندہ، چندہ ہی چندہ. یہ فراڈ ان کے یہاں نہیں ہے. نہ وہ دولت کا پجاری ہے، اس نے اپنے گھر کی دولت کو ٹھوکر ماری ہے، جیل گیا ہے.
दूसरी दफा इराक गया, वहां जाके वहां भी दावा किया, वहां भी जेल में गया, बगदाद में भी। उसका करैक्टर इसके मुकाबले में आसमान पर है। अगर किसी ने ये सुभान अल्लाह, किसी सुभान बंदे के अल्लाह। बारे में ये कहना हो कि नबी पाक की दूसरी बेइज्जत, तो कम से कम बद किरदार आदमी तो ना कहो, किसी बद किरदार आदमी को तो पेश ना करो, कम से कम कोई साहिब किरदार तो हो। मुशरिक हो किसको पेश भावे, कर रहे हो? चाहे मुशरिक हो। चीखे मारते हैं। तारक चौहान का नाम से तारिक चौहान मुसलमान है? वो मिर्जा साहब का जिल बरूज है। जिस तरह मिर्जा साहब कहते थे ना, जूते वो उसका आप ऊंट के बहाउल्लाह सख्त के चमड़े का जिल जूता, बरूज है? जिस तरह आप मिर्जा बहाउल्लाह साहब, के जिल बरूज है? मैं बताता हूँ, जिस तरह मिर्जा साहब कहते थे ना बड़ी तारीफें कर रहे कि थे जो बहाउल्लाह मुझे की। नहीं मानता वो जुरियतुल बगाया, इसी तरह तारक चौहान खुल के बात करता है। खोल के क्या बात करता है? वो आपकी दिल बरूज है ना, चमचागिरी करता है। वो मिर्जा आपकी साहब का दिल चमचागिरी बरूज करता है। है। वो फोटो कॉपी है मिर्जा साहब की, मिर्जा साहब की फोटोकॉपी। फोटोकॉपी है, आप सही बहाउल्लाह की पैरोकार है। फोटोकॉपी है। अतात उसने किया मिर्जा साहब की सही मायनों में। आप अच्छा लोगों में जी। तो आप तो मुनकर हुए बैठे मिर्जा साहब की तालीमात के। आप तो कौन सी बहाउल्लाह बात, के मुनकर नहीं है कौन ना? सी बात आपने मिर्जा साहब की, मिर्जा साहब ने आपको बहुत कहा तारीफें कर रहे हैं कि आज मेरे मुतवरिद बहाउल्लाह को की। सलाम ना करना, आते ही चढ़ते ही कहते हो अस्सलाम वालेकुम रहमतुल्लाह। कौन तो सी बात सलाम मानी भी ना आपने किया मिर्जा साहब करें, की? मुसलमान सलाम के मिर्जा साहब काबिल को भी फिर नहीं है। ओ मिर्जा साहब ने क्यों रसूलुल्लाह की आपको उम्मत कहा को ना इस किया काबिल भी नहीं करें? समझते, ओ मिर्जा साहब ने आपको कहा है मेरे और मुतवरिद को रसूलुल्लाह की सलाम नहीं उम्मत इस करना। काबिल भी नहीं कि उसको कोई सलाम करे। और रसूलुल्लाह की उम्मत को छोड़ो, मैं कहता मुकाम हूँ गिरा मिर्जा दिया साहब को तुमने झूठा करार दे रसूलुल्लाह रहे की हो। उम्मत का। मिर्जा साहब को झूठा ये समझते हो जो मुकाम उन्होंने कहा बनाया कि अपने मेरे, नबी की उम्मत का तुमने कि उसे कोई सलाम भी ना कर सके। मैं ये कह रहा हूँ जो मिर्जा साहब ने कहा कि मेरे मुखालिफ को सुन तो लो। जो मिर्जा साहब ने हाँ, तो बात मैं कही भी है कि सुना मेरे रहा हूँ, मुकफर तुम को सलाम इतनी देर अलैकुम नहीं की जो कहना, सुना रहे गलत क्या हो, उन्होंने? अब मैं भी सुनाऊंगा तुम्हें साथ साथ, जरा तुम्हारे झूठ सुनाओ नहीं, मेरे खोलना सवाल मत। का जवाब दो ना। तो भाई जो और तुम्हारा सवाल क्या उसका सवाल जवाब है? दो। क्या मिर्जा रट्टा साहब, डाला हुआ है तुमने, मिर्जा रसूलुल्लाह साहब की उम्मत को आप सलाम भी मिर्जा- नहीं कहने दोगे तुम? और मिर्जा साहब की बात को कहाँ रखते हो? जूते की नोक पे क्या रखते हो? काफर है मिर्जा रसूलुल्लाह साहब के ने कहा मानने है, वाले हैं? मिर्जा साहब ने कहा